ਵਧਣ ਦੀ ਬਜਾਏ ਸਾਡੀ ਐਕਸਪੋਰਟ ਜਿਹੜੀ ਹੈ ਉਹ ਘਟ ਗਈ। ਇਹ ਉਹ ਸਾਰੇ ਮਸਾਇਲ ਨੇ ਕਿ ਕਰਜ਼ੇ ਵੱਧ ਗਏ, ਐਕਸਪੋਰਟ ਘਟ ਗਈ ਔਰ ਅਸੀਂ ਇੱਕ ਨਵੇਂ ਖੂਹ ਦੇ ਵਿੱਚ ਡਿੱਗ ਪਏ, ਜਿਹਦੇ ਚੋਂ ਕੱਢਣ ਵਾਸਤੇ ਪ੍ਰਾਈਮ ਮਿਨਿਸਟਰ ਨੂੰ 3 ਸਾਲ, ਮੈਂ ਕਹਾਂਗਾ ਪੂਰੀ ਕੌਮ ਨੂੰ ਵੀ ਔਰ ਪ੍ਰਾਈਮ ਮਿਨਿਸਟਰ ਨੂੰ ਵੀ ਪੇਟ ਤੇ ਪੱਥਰ ਰੱਖ ਕੇ ਮਿਹਨਤ ਕਰਨੀ ਪਈ, ਜੁਸਤਜੂ ਕਰਨੀ ਪਈ ਕਿ ਅਸੀਂ ਕਰਜ਼ੇ ਲੈਣ ਦੀ ਬਜਾਏ ਇੱਜ਼ਤ ਦੇ ਨਾਲ ਅੱਗੇ ਤੁਰ ਸਕੀਏ। ਉਸ ਤੋਂ ਬਾਅਦ ਮੈਂ ਸ਼ਾਰਟ ਗੱਲ ਕਰਾਂਗਾ ਕਿਉਂਕਿ ਮੈਨੂੰ ਪਤਾ ਹੈ ਕਿ ਉਧਰ ਖਾਣਾ ਖੁੱਲ ਰਿਹਾ, ਦੋਸਤਾਂ ਨੇ ਖਾਣੇ ਵੱਲ ਜਾਣਾ ਹੈ, ਤਾਂ ਮੈਂ ਬੜੀ ਸ਼ਾਰਟ ਗੱਲ ਕਰਾਂਗਾ, ਲੰਮੀ ਗੱਲ ਨਹੀਂ ਕਰਾਂਗਾ। ਮੇਰਾ ਮਤਮਾ ਨਜ਼ਰ ਇਹ ਹੈ, ਇਸ ਇਲਾਕੇ ਦਾ ਪੁੱਤਰ ਹੋਣ ਦੇ ਨਾਤੇ, ਇਸ ਇਲਾਕੇ ਦਾ, ਉਹ ਮੇਰਾ ਖਿਆਲ ਹੈ ਫਰਕ ਹਬੀਬ ਸਾਹਿਬ ਇਲੈਕਸ਼ਨ ਮੋਡ ਚਲੇ ਗਏ, ਉਹਨਾਂ ਨੂੰ ਭੁੱਲ ਗਿਆ ਕਿ ਲੋਕਾਂ ਨੇ ਰੋਟੀ ਵੀ ਖਾਣੀ ਸੀ ਤੇ ਉਹਨਾਂ ਨੇ ਕੋਈ ਲੈਕਚਰ ਲੰਮਾ ਕਰ ਦਿੱਤਾ ਤੇ ਉਹ ਹੁਣ ਦੋਸਤਾਂ ਦਾ ਜਿਹੜਾ ਸਬਰ ਦਾ ਪੈਮਾਨਾ ਲਬਰੇਜ਼ ਹੋ ਗਿਆ। ਮੈਂ ਏਡੀ ਲੰਬੀ ਗੱਲ ਨਹੀਂ ਕਰਾਂਗਾ। ਸ਼ਾਰਟ ਗੱਲ ਤੁਹਾਡੇ ਨਾਲ ਇਹ ਹੈ ਕਿ ਤੁਹਾਡਾ ਪੁੱਤਰ ਹੈ, ਇੱਥੋਂ ਦਾ ਰਹਿਣ ਵਾਲਾ ਹੈ, ਇੱਥੇ ਹੀ ਪ੍ਰਾਇਮਰੀ ਪੜ੍ਹਿਆ, ਇੱਥੇ ਹੀ ਮੈਟ੍ਰਿਕ ਕੀਤਾ, ਇਸੇ ਹੀ ਗਵਰਨਮੈਂਟ ਕਾਲਜ ਤੋਂ ਐਫਐਸਸੀ ਕੀਤੀ, ਇਸੇ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਅਸੀਂ ਫਿਰ ਕੇ ਜਵਾਨ ਹੋਏ। ਇਹਨਾਂ ਪਿੰਡਾਂ ਦੀਆਂ ਧੂੜਾਂ ਜਿਹੜੀਆਂ ਨੇ ਉਹ ਸਾਡੇ ਉੱਤੇ ਪੈਂਦੀਆਂ ਰਹੀਆਂ ਜਦੋਂ ਅਸੀਂ ਇੱਥੇ ਖੇਡਦੇ ਰਹੇ ਤੇ ਪੜ੍ਹਦੇ ਰਹੇ। ਇਸ ਲਈ ਜਿਹੜੀ ਮੇਰਾ ਸਭ ਤੋਂ ਪਹਿਲਾ ਫੋਕਸ ਹੈ ਉਹ ਤਾਲੀਮ ਦਾ ਹੈ, ਕਿਉਂਕਿ ਤਾਲੀਮ ਨੇ ਮੇਰੀ ਜ਼ਿੰਦਗੀ ਬਦਲੀ। ਮੈਨੂੰ ਇਹ ਲੱਗਦਾ ਕਿ ਅਗਰ ਇੱਕ ਬੱਚੇ ਨੂੰ ਜਾਂ ਬੱਚੀ ਨੂੰ ਅਸੀਂ ਤਾਲੀਮ ਦੇ ਦਈਏ ਤੇ ਉਹ ਆਪਣੀ ਜ਼ਿੰਦਗੀ ਵੀ ਬਦਲ ਸਕਦਾ ਹੈ ਤੇ ਆਪਣੇ ਇਲਾਕੇ ਦੀ ਜ਼ਿੰਦਗੀ ਵੀ ਬਦਲ ਸਕਦਾ ਹੈ। ਹੁਣ ਤੱਕ ਅਸੀਂ 39 ਸਕੂਲ ਜਿਹੜੇ ਨੇ ਉਹ ਅੱਲਾ ਦੇ ਹੁਕਮ ਨਾਲ, ਮੈਨੂੰ ਤੁਹਾਡੀਆਂ ਦੁਆਵਾਂ ਨਾਲ, ਪ੍ਰਾਈਮ ਮਿਨਿਸਟਰ ਸਾਹਿਬ ਦੀ ਖਾਸ ਸ਼ਫਕਤ ਔਰ ਵਜ਼ੀਰ ਆਲਾ ਸਾਹਿਬ ਦੀ ਮਿਹਰਬਾਨੀ ਕਿ 39 ਸਕੂਲ ਤੁਹਾਡੇ ਇਲਾਕੇ ਦੇ ਜਿਹੜੇ ਨੇ ਉਹਨਾਂ ਨੂੰ ਅਜੇ ਤੱਕ ਅਪਗ੍ਰੇਡ ਕਰਵਾਇਆ ਜਾ ਚੁੱਕਿਆ ਹੈ। ਇਨਸ਼ਾਅੱਲਾ ਮੈਂ ਇਹਦੇ ਉੱਤੇ ਹੋਰ ਵੀ ਕੰਮ ਕਰ ਰਿਹਾ ਹਾਂ। ਇੱਕ ਤੁਹਾਡੇ ਲਈ ਮੈਂ ਹੋਰ ਖੁਸ਼ਖਬਰੀ ਲੈ ਕੇ ਆ ਰਿਹਾ ਹਾਂ ਕਿ ਕੱਲ ਦੁਪਹਿਰੇ, ਪਰਸੋਂ ਦੁਪਹਿਰੇ, ਜਿਹੜਾ ਪਲੈਨਿੰਗ ਐਂਡ ਡਿਵੈਲਪਮੈਂਟ ਦਾ ਡਿਪਾਰਟਮੈਂਟ ਹੈ ਉਹਦੇ ਵਿੱਚ ਤੁਹਾਡੇ ਤਕਰੀਬਨ 48 ਕਰੋੜ ਦੇ ਜਿਹੜੇ ਡਿਜਕੋਟ ਦੇ ਇਲਾਕੇ ਦੇ ਟਿਊਬਵੈੱਲ ਨੇ ਉਹਨਾਂ ਦੀ ਫਾਈਨਲ ਅਪਰੂਵਲ ਹੋ ਗਈ ਹੈ। ਉਹਦਾ ਹੁਣ ਪੈਸਾ ਇਰੀਗੇਸ਼ਨ ਨੂੰ ਜਾਰੀ ਹੋਏਗਾ ਔਰ ਉਹ ਟਿਊਬਵੈੱਲ ਲੱਗਣਗੇ ਜਿਨ੍ਹਾਂ ਕਿਸਾਨਾਂ ਦੀ ਜ਼ਮੀਨਾਂ ਦੇ ਵਿੱਚ ਪਾਣੀ ਹੈ ਉੱਥੋਂ ਨਿਕਲ ਸਕਣਗੇ। ਅਗਲੀ ਗੱਲ ਹੈ ਕਿ ਐਸੇ ਸਤਿਆਣੇ ਰੋਡ ਤੇ ਅੱਜ ਕੱਲ੍ਹ ਮੈਂ ਕੋਸ਼ਿਸ਼ ਕਰ ਰਿਹਾ ਹਾਂ, ਤੁਸੀਂ ਦੁਆ ਕਰਨੀ ਹੈ ਕਿ ਅੱਲਾ ਉਹਦੇ ਵਿੱਚ ਕਾਮਯਾਬੀ ਦੇਵੇ। ਇਨਸਾਨ ਦੇ ਹੱਥ ਦੇ ਵਿੱਚ ਸਿਰਫ ਕੋਸ਼ਿਸ਼ ਹੈ। ਉਹ ਕੋਸ਼ਿਸ਼ ਮੈਂ ਇਹ ਕਰ ਰਿਹਾ ਕਿ ਸਤਿਆਣਾ ਰੋਡ ਜਿੱਥੋਂ ਜਾ ਕੇ ਮੋਟਰਵੇ ਨਾਲ ਲੱਗਦਾ ਉੱਥੇ ਅਸੀਂ ਇੱਕ ਇੰਟਰਚੇਂਜ ਬਣਵਾਈਏ। ਔਰ ਇਸ ਹਕੂਮਤ ਦੇ ਵਿੱਚ ਕਿਉਂਕਿ ਮੈਂ ਕਾਫੀ ਸਾਰਾ ਪੈਸਾ ਉਹਨੂੰ ਮੰਗ ਪਿੰਨ ਕੇ ਕਹੋ, ਦੱਬ ਕੇ ਕਹੋ, ਖੋ ਕੇ ਕਹੋ, ਜਿਵੇਂ ਕਹਿਣਾ ਹੈ, ਉਹ ਕੋਈ 1.25 ਅਰਬ 1.5 ਅਰਬ ਰੁਪਈਆ ਅੱਗੇ ਆਲਰੇਡੀ ਮੈਂ ਲਿਆ ਚੁੱਕਿਆ ਇਸ ਇਲਾਕੇ ਵਾਸਤੇ। ਮੈਨੂੰ ਲੱਗਦਾ ਹੈ ਅਗਲੇ 2 ਸਾਲਾਂ ਦੇ ਵਿੱਚ ਹੁਣ ਹੋਰ ਸ਼ਾਇਦ ਗੁੰਜਾਇਸ਼ ਨਾ ਬਚੇ। ਲੇਕਿਨ ਅਗਰ ਕੋਈ ਮੇਰਾ ਹੱਥ ਪਿਆ ਤੇ ਮੇਰਾ ਅਗਲਾ ਦਿਲ ਇਹ ਹੈ ਕਿ ਇਹ ਜਿਹੜਾ ਸਾਡਾ, ਯਾਰ ਇਹ ਮਾਈਕ ਦੇਖਣਾ, ਇਹ ਜਿਹੜਾ ਸਾਡਾ ਰੋਡ ਬਣੇਗਾ ਇੱਥੋਂ ਆਉਣ ਵਾਲੇ ਵਕਤ 'ਚ ਮੇਰੀ ਕੋਸ਼ਿਸ਼ ਹੋਏਗੀ ਕਿ ਇਸ ਮੋਟਰਵੇ ਨੂੰ ਪੈਂਸਲੇ ਦੇ ਉੱਤੇ ਮੋਟਰਵੇ ਦੇ ਨਾਲ ਜੋੜ ਦਿੱਤਾ ਜਾਏ ਔਰ ਇਹ ਸੜਕ ਸਤਿਆਣੇ ਤੋਂ ਸਿੱਧੀ ਡਿਜਕੋਟ ਪੈਂਸਲਾ ਦੇ ਵਾਏ ਦੋਨੋਂ ਮੋਟਰਵੇਜ਼ ਨੂੰ ਜੋੜੇ ਤਾਂ ਕਿ ਸਾਡਾ ਇਲਾਕਾ ਉੱਤੇ ਜਾ ਸਕੇ। ਮਕਸਦ ਮੇਰਾ ਇਹ ਹੈ ਕਿ ਆਪਣੇ ਇਲਾਕੇ ਦਾ ਕਿਸਾਨ, ਉਹਦੀ ਮੰਡੀਆਂ ਤੱਕ ਰਸਾਈ ਹੋਏ, ਸਾਡੇ ਇਲਾਕੇ ਦੇ ਤਾਜਰ ਦੀ ਰਸਾਈ ਹੋਏ, ਸਾਡਾ ਇੱਥੋਂ ਦਾ ਪੜ੍ਹਨ ਵਾਲਾ ਜਿਹੜਾ ਬੱਚਾ ਔਰ ਬੱਚੀ ਹੈ ਉਹਦੀ ਰਸਾਈ ਕਿਸੇ ਕਾਲਜ ਯੂਨੀਵਰਸਿਟੀ ਤੱਕ ਹੋਵੇ। ਜਿਹੜੀ ਅਗਲੀ ਗੱਲ ਹੈ ਤੁਹਾਡੇ ਨਾਲ ਮੈਂ ਕਰਨੀ ਹੈ, ਵਜ਼ੀਰ ਆਜ਼ਮ ਸਾਹਿਬ ਨਾਲ ਜਿਹੜਾ ਵੀ ਵਕਤ ਮੇਰਾ ਗੁਜ਼ਰਦਾ ਹੈ ਸਾਰੇ ਦਿਨ ਦੇ ਵਿੱਚ, ਉਹਦੇ ਵਿੱਚ ਮੈਂ ਇੱਕ ਗੱਲ ਵੇਖਣਾ ਹੈ। ਇਹ ਫਰਕ ਹਬੀਬ ਸਾਹਿਬ ਇਸ ਗੱਲ ਦੇ ਗਵਾਹ ਨੇ, ਜਿਸ ਵੇਲੇ ਵੀ ਸਾਡੇ ਕੋਲ ਆਉਂਦੇ ਨੇ ਦਫ਼ਤਰ, ਇਹ ਆਪਣੀ ਖਾ ਕੇ ਆਉਂਦੇ ਨੇ ਤੇ ਸਾਡੇ ਕੋਲ ਸਿਰਫ ਇਹਨਾਂ ਨੂੰ ਚਾਹ ਔਰ ਬਿਸਕਿਟ ਲੱਭਦੇ ਨੇ ਉੱਥੇ। ਪ੍ਰਾਈਮ ਮਿਨਿਸਟਰ ਨੇ 3 ਸਾਲਾਂ ਦੇ ਵਿੱਚ 108 ਕਰੋੜ ਰੁਪਇਆ, ਮੈਂ ਦੁਬਾਰਾ ਰਿਪੀਟ ਕਰ ਰਿਹਾ, 108 ਕਰੋੜ ਰੁਪਇਆ 3 ਸਾਲਾਂ 'ਚ ਖਾਣ ਪੀਣ ਦੇ ਪੈਸੇ ਬਚਾਏ ਨੇ। ਇਹ ਜਿਹੜੇ ਵੱਡੇ ਵੱਡੇ ਢਿੱਡਾਂ ਵਾਲੇ ਉੱਥੋਂ ਖਾ ਕੇ ਨਿਕਲ ਜਾਂਦੇ ਸਨ। 108 ਕਰੋੜ ਰੁਪਏ ਦਾ ਬਜਟ ਬਚਾਇਆ। ਹੁਣ ਪੈਸੇ ਘਰ ਤੇ ਜਾਣੇ ਨਹੀਂ, ਉਹ ਪੈਸੇ ਤੁਹਾਡੇ ਤੇ ਲੱਗਣੇ ਨੇ। ਕੋਈ ਖਾਲ ਪੱਕੇ ਹੋਣਗੇ, ਕੋਈ ਨਹਿਰਾਂ ਪੱਕੀਆਂ ਹੋਣਗੀਆਂ, ਕੋਈ ਸੜਕਾਂ ਪੱਕੀਆਂ ਹੋਣਗੀਆਂ, ਕੋਈ ਕਾਲਜ ਬਣੇਗਾ, ਕੋਈ ਸਕੂਲ ਬਣੇਗਾ। ਹੁਣ ਮੈਂ ਤੁਹਾਨੂੰ ਸਿਰਫ ਇਹ ਦੱਸਣ ਲੱਗਾ ਕਿ ਸਾਡੇ ਇਲਾਕੇ ਦੇ ਵਿੱਚ ਬੱਚੀਆਂ ਦੀ ਐਜੂਕੇਸ਼ਨ ਦਾ ਕੋਈ ਬੰਦੋਬਸਤ ਨਹੀਂ, ਸਾਡੀਆਂ ਧੀਆਂ ਨਹੀਂ ਪੜ੍ਹ ਸਕਦੀਆਂ। ਉਹਦੇ ਵਾਸਤੇ ਮੈਂ ਜਲੰਧਰ ਦੇ ਵਿੱਚ ਇੱਕ ਕਾਲਜ ਦੀ ਕੋਸ਼ਿਸ਼ ਕੀਤੀ ਔਰ ਅੱਲਾ ਦਾ ਬੜਾ ਸ਼ੁਕਰ ਹੈ ਕਿ ਵਜ਼ੀਰ ਆਜ਼ਮ ਦੀ ਖਾਸ ਮਿਹਰਬਾਨੀ ਤੇ ਉਹ ਤਕਰੀਬਨ 18 ਕਰੋੜ
रुपए की लागत नाल वो हुण उत्थे जिहड़ा कॉलेज है जलंधर दे विच अनकरीब शुरू हो जाएगा, उहदा NOC चला गया होया उत्ते जगह का, उन्होंने जगह अवार्ड हो जाएगी, वो जलंधर तो बाहर खब्बे पासे उसकी जगह अवार्ड हो रही है और वो कॉलेज इंशाल्लाह बड़ी जल्दी बनेगा। इस तरीके नाल मुंडियां वास्ते डिशगोट दे विच कॉलेज बनवा रहे हैं, ਉਹਦੀ भी लागत 16 तो 18 करोड़ है। इंशाल्लाह ਉਹਦੇ भी बहुत जल्दी ਉਹਦਾ भी NOC इत्थों मूव हो गया होया है, जिस वेले कंप्लीट ਹੁੰਦਾ है तो उस कॉलेज से भी काम शुरू होएगा। सिर्फ बच्चों की थल्लों तालीम लैके उतों तक, उस तो बाद अपने इलाके दे विच सड़कों तक, मंडी तक, नौकरी तक ते कॉलेज स्कूल तक लोगों की रसाई होवे। और एक होर गल मैं तुहाडे नाल करना चाहना है, फरक हबीब साहब ने भी तुहाडे नाल गल कीती, वो तुहाडे नाल गल कीती हैल्थ कार्ड की। तुसी हैल्थ कार्ड की गल सुनी पर तुहानू समझ नहीं आई, मैं यकीन नाल दस सकना। ਉਹਦੀ मैं तुहानू एक मिसाल देना, उस तो बाद तुहानू समझ आएगी। जरा हाथ खड़ा करके दसना कि क्या 1980 की दिहाई 88, 87, 86 या 91, 92, 93 ਜਿਹਦੇ घर ਦੇ ਵਿੱਚ ਟੈਲੀਫੋਨ ਲੱਗਾ ਹੁੰਦਾ ਸੀ, ਉਹ ਕੋਈ ਆਮ ਆਦਮੀ ਹੁੰਦਾ ਸੀ? बड़ा खास बंदा होंदा सी। टैलीफोन लवाण वास्ते वफाकी वजीर की सिफारिश चाहिए होंदी सी, उस तो बगैर टैलीफोन नहीं सी लगता। फिर मोबाइल फोन आए, मैनू याद है साडे पिंडां दे विच एक्सचेंज लगती सी, इक्को ही नंबर हुंदा सी, किलियां पा के गल्लां करी दियां सन, चेता होएगा तुहानू। 3 मिनट की कॉल हुंदी सी ते 2 मिनट ते कह दिंदा सी कि टाइम पूरा हो गया है। उतों चलदा चलदा काम कित्थे आया, पाकटेल इंस्टाफोन के मोबाइल फोन आए। वो 3 लाख रुपए का, 3.5 लाख रुपए का मोबाइल फोन हुंदा सी। फिर सिम फोन आया, जिस वेले छोटे फोन आए, वो सिम जिहड़ी सी 70, 80 हज़ार, 60 हज़ार, 30 हज़ार, 40 हज़ार, 25 हज़ार ते तुसीं खरीददे रहे हो। अज की हाल है? अज तुहानू सिम भी दिंदे ने, नाल 500 का चार्ज भी दिंदे ने। ये सारी डेवोल्यूशन जिहड़ी पार दी हुई है टैलीफोन दे विच, ये किस तरह हुई है? एक गवर्नमेंट ने एक इनेबलिंग इन्वायरमेंट दिता, टैक्नोलॉजी ने तरक्की की और अज असां टैलीफोन वास्ते किसी की मरूने मिन्नत जाके दरखास्तां नहीं देनियां पैंदियां। इंज ही है। हुण सुनो हैल्थ कार्ड की कहानी। 31 दिसंबर को तुहानू हैल्थ कार्ड दिता जाएगा, जिहदे विच 10 लाख रुपया होएगा। एक ही 1 जनवरी को हैल्थ कार्ड चल पाएगा बड़ी चंगी तरह? नहीं। तुहाडे चों कई लोग सानू बुरा भला कहेंगे, किसी हस्पताल जाएंगे, वो कहेंगे जी अजे तुहाडी डेट ही नहीं आई, अजे हैल्थ कार्ड नहीं चल रहा। किसी प्राइवेट हस्पताल जाएंगे, वो कहेंगे अजे असीं हैल्थ कार्ड लैंदे ही नहीं। ਇਹਦਾ फायदा ਤੁਹਾਨੂੰ ਲੱਭਦਿਆਂ सिम कार्ड तरह कुछ साल लगणगे। ਇਹਦਾ फायदा होएगा किस तरह? ਇਹਦਾ फायदा इस तरह होएगा, मैं दसदा ਤੁਹਾਨੂੰ। एक बंदा जिहड़ा कैनेडा 'च बैठा होएगा, कराची बैठा होएगा, वो वेखेगा सत्याने की आबादी कितनी है, उन्होंने कोई दसेगा वो लख आबादी है, 1.5 है, 2 है। वो इर्द गिर्द पिंड किन्ने ने, उन्होंने कोई दसेगा 250 पिंड है। उन्होंने आबादी कितनी है, ये रला के जी कोई 6-7 लाख आबादी हो जाती है। वो कैलकुलेटर से जरब देगा 7 लाख नूं 10 लाख नाल, उन्होंने नज़र आएगा ये तो कोई 37-38 करोड़ रुपया साल का। हुण 37-38 करोड़ रुपया जिहड़ा है, ये पब्लिक का अपना पैसा नहीं, अब है तो अपना ही पैसा आवाम के टैक्स का, लेकिन ये सरकार का पैसा है। खर्च करांगे तो अपनी जेब च नहीं रहना, वापस चले जाना है। तो फिर तो असीं पिंडां वाले पुज के खर्च करांगे, तुहानूं पता है। तो सरकार का पैसा एक बारी लीको लीक कर दो, उन्होंने पूरा पैसा खर्च करो, इंज ही है ना। ਉਹਦੇ 'ਚ ਅਸੀਂ ਜਿਵੇਂ ਅਸੀਂ ਪੈਪਸੀ ਦੀ ਬੋਤਲ ਪੀਵੀ ਦੀ ਹੈ ਤੇ ਜਦੋਂ ਤੱਕ ਸੁਰੜ ਦੀ ਆਵਾਜ਼ ਨਾ ਆਵੇ ਆਪਾਂ ਬੋਤਲ ਨਹੀਂ ਛੱਡੀ ਦੀ, ਇੰਜ ਹੀ ਹੈ ਨਾ। ਤੇ ਉਹ ਕਾਰਡ 'ਚੋਂ ਜਦੋਂ ਤੱਕ ਸੁਰੜ ਦੀ ਆਵਾਜ਼ ਨਾ ਆਈ, ਅਸੀਂ ਤਾਂ ਉਹਨੂੰ ਛੱਡਣ ਨਹੀਂ ਵਾਲੇ। ਇਹਦਾ मतलब है कि उस इन्वेस्टर ਨੂੰ ਇਹ ਪਤਾ ਹੋਏਗਾ कि 37-38 ਲੱਖ ਨੂੰ 0-0 ਕਰਕੇ ਛੱਡਣਗੇ ਹਰ ਸ਼ਹਿਰ ਨੂੰ। ਉਹ ਇਸ ਹਿਸਾਬ ਨਾਲ ਇੱਥੇ ਲਾਹੌਰ ਵਰਗਾ ਹਸਪਤਾਲ ਬਣਾਏਗਾ ਸਤਿਆਣੇ 'ਚ। ਇਸ ਵੇਲੇ ਤੁਹਾਡੇ ਕੋਲ ਹਸਪਤਾਲ ਹੋਏਗਾ 4 ਮਰਲੇ ਦਾ ਪ੍ਰਾਈਵੇਟ, ਕੋਈ 8 ਮਰਲੇ ਦਾ ਵੱਡੇ ਤੋਂ ਵੱਡਾ, ਉਹਦੇ ਵਿੱਚ 6 ਬੈੱਡ ਪਏ ਹੋਣਗੇ, ਕਿਸੇ ਦੀ ਅਨਵਾਰ ਟੁੱਟੀ ਹੋਏਗੀ, ਕਿਸੇ ਦੀ ਪਾਵਾ ਨਾ, ਉੱਥੇ ਡਾਕਟਰ ਹੋਏਗਾ ਨਾ ਨਰਸ, ਕਿਉਂਕਿ ਉਹਦੇ ਵਿੱਚ ਪੈਸੇ ਨਹੀਂ ਹੈਗੇ। ਜਿਹੜਾ ਅਫੋਰਡ ਕਰਦਾ ਚੁੱਕ ਕੇ ਸਾਹਿਲ ਹਸਪਤਾਲ ਲੈ ਜਾਏਗਾ ਜਾਂ ਡਾਕਟਰ ਹਸਪਤਾਲ ਲਾਹੌਰ ਲੈ ਜਾਏਗਾ ਆਪਣਾ ਮਰੀਜ਼, ਤੇ ਜਿਹੜਾ ਮਾੜਾ ਹੈ ਉਹ ਧੱਕੇ ਖਾਏਗਾ, ਉਹ ਲਾਈਟ ਹਸਪਤਾਲ ਜਾਏਗਾ, ਉਹਨੂੰ ਕਹੇ ਇੱਥੇ ਨਹੀਂ ਬਚਣਾ ਲਾਹੌਰ ਲੈ ਜਾਓ। ਇਹ ਹੀ ਸੁਣਦੇ ਨੇ ਸਾਰੀ ਉਮਰ ਅਸੀਂ। ਇਹ ਹੈਲਥ ਕਾਰਡ ਨੇ ਸਿਮ ਕਾਰਡ ਤਰ੍ਹਾਂ ਟਰਾਂਸਲੇਟ ਹੋਣਾ ਸਕਸੈਸ ਦੇ ਵਿੱਚ, ਇਹਨੂੰ ਵਕਤ ਲੱਗਣਾ ਹੈ।
ਤੁਸੀਂ ਵਕਤ ਵੇਖੋਗੇ ਕਿ ਜਦੋਂ ਉਹਨੂੰ 37 ਕਰੋੜ ਨਜ਼ਰ ਆਏਗਾ, ਉਹਨੂੰ ਨਜ਼ਰ ਆਏਗਾ ਮੈਨੂੰ ਇੱਥੋਂ ਸਾਲ ਦਾ 15-20 ਕਰੋੜ ਬਚਣਾ ਹੈ, ਉਹ ਲਾਹੌਰ ਵਰਗਾ ਹਸਪਤਾਲ ਇੱਥੇ 20 ਮੰਜ਼ਲ 30 ਮੰਜ਼ਲ ਇੱਥੇ ਆ ਕੇ ਸਤਿਆਣੇ 'ਚ ਪਾਏਗਾ, ਉਹ ਡਚਕੋਟ 'ਚ ਪਾਏਗਾ, ਉਹ ਪੈਂਸਰੇ 'ਚ ਪਾਏਗਾ, ਉਹ ਦੂਜੇ ਥਾਵਾਂ ਤੇ ਪਾਏਗਾ ਆ ਕੇ। ਤੁਹਾਡੇ ਕੋਲ ਪੈਸੇ ਹੋਣਗੇ, ਤੁਸੀਂ ਉਹਦੀ ਐਂਬੂਲੈਂਸ ਵੀ ਹੋਏਗੀ ਵਿੱਚ ਹੀ। ਤੁਹਾਨੂੰ ਖੋਤਾ ਰੇੜੀਆਂ ਤੇ ਟਾਂਗਿਆਂ ਤੇ ਚਿੰਗਚੀ ਤੇ ਮਰੀਜ਼ ਨਹੀਂ ਢੋਣੇ ਪੈਣਗੇ। ਤੁਸੀਂ ਉਹਨੂੰ ਫੋਨ ਕਰੋਗੇ, ਹਸਪਤਾਲ ਵਾਲਾ ਚੁੱਕ ਕੇ ਲੈ ਕੇ ਜਾਏਗਾ ਮਰੀਜ਼ ਤੇ ਪੈਸੇ ਸਰਕਾਰ ਨੂੰ ਪਾਏਗਾ। ਪਰ ਇਹਦੇ ਆਸਤੇ ਸਬਰ ਦਾ ਦਾਮਨ ਹੱਥ ਦੇ ਵਿੱਚ ਫੜਨਾ ਪੈਣਾ ਹੈ। ਮੈਂ ਇਹ ਇੱਕ ਭਾਈ ਸਾਡਾ ਬੜਾ ਕਾਲਾ, ਅਸਲ ਇਹਨੂੰ ਭੁੱਖ ਲੱਗੀ, ਇਹਨੂੰ ਜਵਾਬ ਦਿੰਦਾ ਮੈਂ। ਜ਼ਰਾ ਥੋੜਾ ਜਿਹਾ ਹੋਲਡ ਰੱਖਣਾ, ਗੱਲ ਤੇ ਸੁਣ ਲੈ ਹੁਣ ਮੇਰਾ ਵੀਰ। ਵੇਖੋ ਇੱਕ ਗੱਲ ਯਾਦ ਰੱਖਣੀ ਹੈ। ਉਹ ਯਾਰ ਮੇਰੀ ਗੱਲ ਸੁਣ, ਤੂੰ ਫੜ ਲੈ, ਮੈਨੂੰ ਬਾਰ-ਬਾਰ ਆਂਦਾ ਮਾਈਕ ਫੜ ਲੈ, ਆ ਜਾ ਮੇਰਾ ਵੀਰ, ਲਾਗੇ ਆ ਕੇ ਤੂੰ ਫੜ ਲੈ ਜ਼ਰਾ, ਮੇਰਾ ਵੀ ਕੰਮ ਸਾਰ, ਆਪਣਾ ਵੀ ਸਾਰ ਲੈ, ਆ ਜਾ ਮੇਰਾ ਵੀਰ। ਇਹ ਮੈਂ ਐਵੇਂ ਹੀ ਤੇਰੇ ਵਰਗੇ ਭਰਾਵਾਂ ਨੂੰ ਫੜਾ ਫੜੂ ਕੇ ਆਪਣਾ ਕੰਮ ਚਲਾ ਲੈਣਾ। ਅੱਛਾ, ਗੱਲ ਇਸ ਤਰੀਕੇ ਨਾਲ ਹੈ ਕਿ ਇਨਸ਼ਾਅੱਲਾ ਅਗਲੇ 2-3 ਸਾਲ 'ਚ ਤੁਸੀਂ, ਹੁਣ ਸਾਡਾ ਹਕੂਮਤ ਦੇ ਤੌਰ ਤੇ ਫਰਜ਼ ਕੀ ਸੀ? ਹਕੂਮਤ ਦੇ ਤੌਰ ਤੇ ਫਰਜ਼ ਇਹ ਸੀ ਕਿ ਹਸਪਤਾਲ ਲਾਉਣ ਵਾਸਤੇ ਜ਼ਮੀਨ ਲੱਭੇ ਕਿਸੇ ਨੂੰ। ਇਹ ਜਿਹੜੀ ਚੋਰਾਂ ਦੇ ਕੋਲੋਂ ਅਸੀਂ ਜ਼ਮੀਨ ਖਾਲੀ ਕਰਾਈ ਹੈ, ਪੂਰੇ ਪੰਜਾਬ ਦੇ ਵਿੱਚ 8 ਲੱਖ ਕਨਾਲ ਤੋਂ ਜ਼ਿਆਦਾ ਜ਼ਮੀਨ ਇਹਨਾਂ ਚੋਰਾਂ ਦੇ ਕਬਜ਼ਿਆਂ ਤੋਂ ਅਸੀਂ ਖਾਲੀ ਕਰਾਈ ਹੈ। ਉਹ ਜ਼ਮੀਨ ਅਸੀਂ ਹਸਪਤਾਲਾਂ ਵਾਸਤੇ ਵੀ ਦੇਵਾਂਗੇ, ਔਰ ਹਸਪਤਾਲ 'ਚ ਜਿਹੜੀ ਮਸ਼ੀਨਰੀ ਲੱਗੇਗੀ ਉੱਤੇ ਟੈਕਸ ਅਸੀਂ ਜ਼ੀਰੋ ਕਰ ਦਿੱਤਾ ਹੈ। ਉਹਦੇ ਤੇ ਟੈਕਸ ਅਸੀਂ ਜ਼ੀਰੋ ਕਰ ਦਿੱਤਾ ਹੈ। ਇਸ ਵਾਸਤੇ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਹੈ ਕਿ ਹੈਲਥ ਕਾਰਡ ਮਿਲਣ ਤੋਂ ਬਾਅਦ ਅਗਲੇ ਚੰਦ ਸਾਲਾਂ 'ਚ ਤੁਹਾਨੂੰ ਇੱਥੇ ਲਾਹੌਰ ਵਰਗੇ ਹਸਪਤਾਲ ਇਨਸ਼ਾਅੱਲਾ, ਇਹਦੇ 'ਚ ਕੋਈ ਸਾਡਾ ਕਮਾਲ ਨਹੀਂ ਹੋਣਾ। ਇਹ ਜਿਸ ਤਰ੍ਹਾਂ ਸਿਮ ਨੇ ਇੱਕ ਇਨੇਬਲਿੰਗ ਇਨਵਾਇਰਨਮੈਂਟ ਦਿੱਤਾ ਹੈ, ਇੱਕ ਇਨੇਬਲਿੰਗ ਇਨਵਾਇਰਨਮੈਂਟ ਬਣਨਾ ਤੇ ਗੱਲਾਂ ਅੱਗੇ ਤੋਂ ਅੱਗੇ ਤੁਰੀਆਂ ਜਾਣੀਆਂ ਨੇ। ਮੈਨੂੰ ਸਿਰਫ ਇਹ ਦੱਸੋ ਕਿ ਜਿੱਦਣ ਦੀ ਜੱਟ ਦੇ ਹੱਥ ਮੋਟਰ ਆ ਗਈ ਹੈ, ਜਦੋਂ ਮੈਂ ਜੱਟ ਆਨਾ ਹੈ ਤੇ ਮੇਰਾ ਮਤਲਬ ਹੈ ਹਰਾਈ ਹੈ, ਗੁੱਜਰ ਹੈ, ਰਾਜਪੂਤ ਹੈ, ਖੋਖਰ ਹੈ, ਜਿਹੜਾ ਵਾਹੀ ਕਰਦਾ ਹੈ। ਜਦੋਂ ਦੀ ਜ਼ਿਮੀਦਾਰ ਦੇ ਹੱਥ ਮੋਟਰ ਆ ਗਈ ਹੈ, ਵੇਖੋ ਉਹਨੇ ਬਦਲ ਕੇ ਨਹੀਂ ਰੱਖ ਦਿੱਤੀ ਅਰਸ਼ ਹੈ, ਉਹਦੇ ਨਾਲ ਉਹਨੇ ਪੀਟਰ ਇੰਜਨ ਚਲਾਤਾ ਹੈ, ਉਸੇ ਨਾਲ ਉਹਨੇ ਆਪਣਾ ਜਨਾਬੇ ਵਾਲਾ ਮੋਟਰਸਾਈਕਲ, ਚਿੰਗਜੀ ਰਿਕਸ਼ਾ, ਉਹ ਮੋਟਰ ਨਾਲ ਹੀ ਪੱਠੇ ਕੁਤਰੀ ਜਾਂਦਾ, ਉਹਦੇ ਹੱਥ ਬਸ ਮੋਟਰ ਆਈ ਹੈ। ਇੰਜੀ ਹੈ, ਇਹ ਤੁਹਾਡੇ ਹੱਥ ਮੋਟਰ ਦੇ ਦੇਣ ਲੱਗੇ ਆ ਸਿਹਤ ਦੀ, ਉਸ ਤੋਂ ਬਾਅਦ ਹਰ ਸ਼ੈ ਇਨਸ਼ਾਅੱਲਾ ਆਪੇ ਬਦਲ ਜਾਏਗੀ। ਇਹ ਕਦੀ ਕਿਸੇ ਸਰਕਾਰ ਨੇ ਹਰ ਸ਼ੈ ਨਹੀਂ ਬਦਲਣੀ ਹੁੰਦੀ। ਹਲ ਜਿਹੜਾ ਨਾ ਉਹ ਆਪਣੀ ਮੁੱਠ ਦੇ ਜ਼ੋਰ ਤੇ ਦੱਬ ਕੇ ਵਾਇਆ ਜਾਂਦਾ ਹੈ, ਉਹ ਆਪਣੇ ਢੱਗੇ ਦੇ ਸਿਰ ਤੇ ਹੀ ਵਾਇਆ ਜਾਂਦਾ ਹੈ। ਕਿਸੇ ਹਕੂਮਤ ਨੇ ਸਾਰਾ ਕੁਝ ਕਰਕੇ ਨਹੀਂ ਦੇਣਾ ਹੁੰਦਾ, ਇਹ ਝੂਠੀਆਂ ਗੱਲਾਂ ਹੁੰਦੀਆਂ ਨੇ। ਲੋੜ ਸਿਰਫ ਉੱਤੇ ਇੱਕ ਸੱਚੇ ਔਰ ਸੁੱਚੇ ਲੀਡਰ ਦੀ ਹੁੰਦੀ ਹੈ। ਮੈਂ ਤੁਹਾਡੇ ਨਾਲ ਵਾਅਦਾ ਕਰਨਾ, ਤੁਹਾਡਾ ਪੁੱਤਰ ਹੈ, ਮੈਂ ਉਹਨੂੰ ਰੋਜ਼ ਵੇਖਣਾ ਹੈ। ਮੈਂ ਉਹਨੂੰ ਸਵੇਰੇ 10 ਵਜੇ ਤੋਂ ਲੈ ਕੇ ਰਾਤੀ 7-8 ਵਜੇ ਤੱਕ ਮੈਂ ਰੋਜ਼ ਉਹਦੇ ਨਾਲ ਹੁੰਦਾ ਹੈ। ਮੈਂ ਉਹਦਾ ਇੱਕ ਪੈਰ ਵੇਖਣਾ ਹੈ। ਉਹ ਦੋ ਕੰਮ ਕਰਦਾ ਹੈ, ਇੱਕ ਉਹ ਸੱਚਾ ਆਸ਼ਕੇ ਰਸੂਲ ਹੈ, ਉਹ ਨਬੀ ਦੀ ਤਸਬੀਹ ਕਰਦਾ ਹੈ, ਤੇ ਦੂਜਾ ਉਹ ਗਰੀਬ ਵਾਸਤੇ ਸੋਚਦਾ ਹੈ। ਮੈਂ ਖੁਦਾ ਦੀ ਕਸਮ ਉਹਨੂੰ ਕਿਸੇ ਅਮੀਰ ਵਾਸਤੇ ਸੋਚਦਾ ਨਹੀਂ ਵੇਖਿਆ। ਉਹਦਾ ਸਿਰਫ ਇੱਕ ਕੰਮ ਹੈ ਕਿ ਮੈਂ ਆਪਣੇ ਮੁਲਕ ਦੇ ਕਿਸਾਨ ਨੂੰ ਕਿਵੇਂ ਚੁੱਕਣਾ ਹੈ, ਮੈਂ ਆਪਣੇ ਮੁਲਕ ਦੇ ਗਰੀਬ ਨੂੰ ਕਿਵੇਂ ਚੁੱਕਣਾ ਹੈ। ਇਹ ਤੁਹਾਡੇ ਸਾਹਮਣੇ ਦੋ ਮਿਸਾਲਾਂ ਨੇ। ਫਰਕ ਹਬੀਬ ਹੋਇਆ ਜਾਂ ਮੈਂ ਹੋਇਆ, ਅਸੀਂ ਕੋਈ ਜੱਦੀ ਪੁਸ਼ਤੀ ਸਿਆਸਤਦਾਨ ਨਹੀਂ ਹੈ। ਇਹਨੇ ਵੀ ਇੱਕ ਵਰਕਰ ਦੇ ਤੌਰ ਤੇ ਇੱਥੋਂ ਸਫ਼ਰ ਸ਼ੁਰੂ ਕੀਤਾ, ਮਿਹਨਤ ਕੀਤੀ, ਆਪਣਾ ਆਪ ਮਨਵਾਇਆ। ਅੱਜ ਰੱਬ ਨੇ ਇਹਨੂੰ ਇੱਜ਼ਤ ਦਿੱਤੀ, ਤੁਹਾਨੂੰ ਇੱਜ਼ਤ ਦਿੱਤੀ, ਇਹਦੇ ਭਰਾਵਾਂ ਨੂੰ ਇੱਜ਼ਤ ਦਿੱਤੀ, ਇਹਦੀਆਂ ਬਾਹਾਂ ਨੂੰ ਇੱਥੇ ਇੱਜ਼ਤ ਦਿੱਤੀ। ਮੇਰਾ ਤੁਹਾਡੇ ਸਾਹਮਣੇ, ਮੈਂ ਇੱਥੋਂ ਪਿੰਡ ਦੇ ਵਿੱਚੋਂ ਮੋਟਰਸਾਈਕਲ ਤੇ ਜਾਈਦਾ ਸੀ ਗਵਰਨਮੈਂਟ ਕਾਲਜ। ਜਿਸ ਵੇਲੇ ਪਹਿਲਾ ਇਕਰਾਮੁਲ ਹਕ ਭੁੱਟਾ ਸਾਹਿਬ ਦਾ ਲੈਕਚਰ ਹੁੰਦਾ ਸੀ ਕੈਮਿਸਟਰੀ ਦਾ, ਤੇ ਪਾਲੇ ਦੇ ਵਿੱਚ ਮੋਟਰਸਾਈਕਲ ਚਲਾ ਕੇ ਜਾਣਾ ਤੇ ਲੱਤਾਂ ਠਰ ਜਾਂਦੀਆਂ ਸਨ। ਲੱਤਾਂ ਇਹਨੇ ਨਹੀਂ ਮੁੜਦੇ ਜੀ, ਆਂਦੇ ਨੇ ਫੜ ਕੇ ਰੱਖੋ। ਅੱਛਾ, ਪਾਲੇ ਦੇ ਵਿੱਚ ਗਵਰਨਮੈਂਟ ਕਾਲਜ ਪਹੁੰਚਣਾ ਤੇ ਪਹਿਲੇ 15-20 ਮਿੰਟ ਲੱਤਾਂ ਸਿੱਧੀਆਂ ਕਰਨੀਆਂ ਖਲੋ ਕੇ, ਕਿਉਂਕਿ ਉਹ ਲੱਤਾਂ ਆਕੜੀਆਂ ਹੁੰਦੀਆਂ ਸਨ। ਕਹਿਣ ਦਾ ਮਤਲਬ ਤੁਹਾਨੂੰ ਇਹ ਹੈ ਕਿ ਨਾ ਅਸੀਂ ਕੋਈ ਫਾਰਮੀ ਚੂਜ਼ੇ ਜਿਹੜੇ ਬਾਹਰੋਂ ਆਏ ਜਿਨ੍ਹਾਂ ਨੂੰ ਪਤਾ ਨਹੀਂ ਹੈ, ਨਾ ਅਸੀਂ ਜੱਦੀ ਪੁਸ਼ਤੀ ਸਿਆਸਤਦਾਨ ਹੈ। ਅਸੀਂ ਤੁਹਾਡੇ ਵਿੱਚੋਂ, ਸਾਨੂੰ ਤੁਹਾਡੇ ਮਸਲਿਆਂ ਦਾ ਪਤਾ ਹੈ। ਇਸ ਲਈ ਸਾਡਾ ਪਹਿਲਾ ਫੋਕਸ ਇਹ ਹੋਣਾ ਹੈ ਕਿ ਤੁਹਾਡੇ ਜਿਹੜੇ ਬੁਨਿਆਦੀ ਮਸਲੇ ਨੇ ਉਹਨਾਂ ਨੂੰ ਦੂਰ ਕਿਵੇਂ ਕਰੀਏ। ਮੇਰਾ ਤੁਹਾਡੇ ਨਾਲ ਜਿਹੜਾ ਰਿਸ਼ਤਾ ਉਹ ਸਿਆਸਤ ਦਾ ਨਹੀਂ ਹੈ। ਨਾ ਮੈਂ ਇੱਥੋਂ ਇਲੈਕਸ਼ਨ ਲੜਿਆ, ਨਾ ਮੈਂ ਵੋਟ ਲਏ ਨੇ, ਨਾ ਮੈਨੂੰ ਕਿਸੇ ਕਿਸਮ ਦਾ ਹੋਰ ਤੁਹਾਡੇ ਤੋਂ ਕੋਈ ਲਾਲਚ ਹੈ। ਇੱਥੇ ਆ ਕੇ ਇਸ ਇਲਾਕੇ ਦਾ ਕੰਮ ਕਰਨਾ ਕੋਈ ਅਹਿਸਾਨ ਨਹੀਂ, ਮੇਰੇ ਤੇ ਫਰਜ਼ ਹੈ। ਇੱਥੋਂ ਜਦੋਂ ਮੈਂ ਪੜ੍ਹਿਆ, ਕਿਸੇ ਚਾਚੇ ਮੇਰੇ ਸਿਰ ਤੇ ਹੱਥ ਫੇਰਿਆ, ਕਿਸੇ ਭੂਆ ਨੇ ਮੈਨੂੰ ਟੁੱਕਰ ਖਵਾਇਆ। ਇੱਥੇ ਇਸ ਇਲਾਕੇ ਦਾ ਕਰਜ਼ ਹੈ ਮੇਰੇ ਤੇ, ਜਿਹੜਾ ਮੈਨੂੰ ਲਾਣਾ ਪੈਣਾ ਵਾਪਸ। ਔਰ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਸਾਡੀ ਹਕੂਮਤ ਹੋਵੇ ਜਾਂ ਨਾ ਹੋਵੇ, ਇਹ ਇਲਾਕਾ ਹੁਣ ਯਤੀਮ ਨਹੀਂ ਰਹੇਗਾ।
ਇੱਥੋਂ ਦੇ ਨੁਮਾਇੰਦੇ ਗੁੰਗੇ ਨਹੀਂ ਰਹਿਣਗੇ। ਤੁਹਾਡਾ ਕੋਈ ਭੈਣ ਭਰਾ ਜਦੋਂ ਬੋਲੇਗਾ ਤੇ ਲੋਕੀ ਸੁਣਨਗੇ। ਤੁਹਾਡਾ ਕੋਈ ਭੈਣ ਭਰਾ ਜਦੋਂ ਕਿਸੇ ਦੀ ਮੰਜੀ ਪੀੜੀ ਠੋਕੇਗਾ ਤਾਂ ਚੂਲ ਚੋਂ ਆਵਾਜ਼ ਨਹੀਂ ਆਏਗੀ। ਦੂਸਰੀ ਮੈਂ ਗੱਲ ਕਰਦੇ ਆ, ਦੂਸਰੀ ਮੈਂ ਗੱਲ ਤੁਹਾਨੂੰ ਕਰਦੇ ਆ ਇੱਕ ਹੋਰ ਜਿਹੜੀ ਬੜੀ ਜ਼ਰੂਰੀ ਹੈ ਤੁਹਾਡੇ ਵਾਸਤੇ। ਇਹ ਤੁਹਾਡੇ ਨਾਲ ਬੜਾ ਫਰਾਡ ਹੋਏਗਾ, ਬੜੀਆਂ ਚੀਜ਼ਾਂ ਦੱਸੀਆਂ ਜਾਣਗੀਆਂ। ਮੈਂ ਪਹਿਲੇ ਵੀ ਗੱਲ ਕੀਤੀ ਹੈ, ਮਹਿੰਗਾਈ ਹੋ ਗਈ, ਗਰੀਬ ਦਾ ਖਿਆਲ ਨਹੀਂ ਕਰ ਰਹੇ। ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਜਦੋਂ ਤੁਸੀਂ ਜਹਾਜ਼ ਉਡਾਉਂਦੇ ਹੋ ਰਨਵੇ ਤੋਂ ਤੇ ਤੁਹਾਨੂੰ ਫੁੱਲ ਥ੍ਰੋਟਲ ਦੇਣਾ ਪੈਂਦਾ, ਪੂਰੀ ਰੇਸ ਦੇਣੀ ਪੈਂਦੀ ਹੈ। ਉਹ ਤੇਲ ਵੀ ਖਾਂਦਾ ਹੈ, ਉਹ ਧੂਆਂ ਵੀ ਪਿੱਛੇ ਜ਼ਿਆਦਾ ਮਾਰਦਾ ਹੈ, ਉਹਦਾ ਇੰਜਨ ਰੌਲਾ ਵੀ ਜ਼ਿਆਦਾ ਪਾਉਂਦਾ ਹੈ, ਲੇਕਿਨ ਜਿਸ ਵੇਲੇ ਹਵਾ ਤੇ ਚਲਾ ਜਾਂਦਾ ਹੈ ਉਹ ਸਮੂਥ ਹੋ ਜਾਂਦਾ ਹੈ। ਇਹ ਮਹਿੰਗਾਈ ਉਸੇ ਤੇਲ ਤਰ੍ਹਾਂ ਜਿਹੜਾ ਅਸੀਂ ਇਸ ਵੇਲੇ ਜ਼ਿਆਦਾ ਖਾ ਰਹੇ ਹਾਂ। ਇੱਕ ਤੇ ਕਰੋਨਾ ਦੀ ਵਜ੍ਹਾ ਤੋਂ ਪੂਰੀ ਦੁਨੀਆ 'ਚ ਮਹਿੰਗਾਈ ਹੋਈ, ਉਹਨੂੰ ਫੇਸ ਕਰ ਰਹੇ ਹਾਂ। ਇੱਕ ਸਾਡੇ ਆਪਣੇ ਮੁਲਕ ਦੇ ਜਿਹਦੇ ਵਿੱਚ ਸਾਡੀ ਇਕਨੋਮੀ ਜੁੜੀ ਹੋਈ ਸੀ, ਜਕੜੀ ਹੋਈ ਸੀ। ਤੁਸੀਂ ਮੈਨੂੰ ਇਹ ਦੱਸੋ ਕਿ ਮਜ਼ਦੂਰ ਦੀ ਜਿਹੜੀ ਮਜ਼ਦੂਰੀ ਹੈ ਵਧੀ ਹੈ ਕਿ ਨਹੀਂ? ਕਿਸਾਨ ਨੂੰ ਕੁਝ ਲੱਭਿਆ ਕਿ ਨਹੀਂ? ਹਾਂ, ਸਾਡਾ ਤਨਖਾਹਦਾਰ ਤਬਕਾ ਪਿਸਿਆ, ਅਸੀਂ ਮੰਨਦੇ ਹਾਂ। ਉਹਨੂੰ ਇਨਸ਼ਾਅੱਲਾ ਉਹਦੇ ਵਾਸਤੇ ਵਜ਼ੀਰ ਆਜ਼ਮ ਐਸ ਪੀਰ ਵਾਲੇ ਦਿਨ ਇਨਸ਼ਾਅੱਲਾ 11 ਵਜੇ ਸਵੇਰ ਇੱਕ ਨਵਾਂ ਪ੍ਰੋਗਰਾਮ ਲੈ ਕੇ ਆ ਰਹੇ ਨੇ, ਕਾਮਯਾਬ ਪਾਕਿਸਤਾਨ ਦੇ ਨਾਂ ਤੇ। ਹਰ ਘਰ ਦੇ ਬੰਦੇ ਨੂੰ ਪਹਿਲੇ ਇੱਥੇ ਚੋਰਾਂ ਨੂੰ ਕਰਜ਼ੇ ਲੱਭਦੇ ਸਨ ਤੇ ਗਰੀਬ ਬੰਦਾ ਜਦੋਂ ਕਰਜ਼ਾ ਲੈਣ ਜਾਂਦਾ ਸੀ, ਟਰੈਕਟਰ ਦਾ ਕਰਜ਼ਾ ਲੈਣ ਜਾਂਦਾ ਸੀ, ਉਹਨੂੰ ਆਂਦੇ ਸਨ ਇੱਥੇ ਜ਼ਮੀਨ ਰਖਵਾ। ਜ਼ਮੀਨ ਕਿੰਨੀ ਰਖਵਾ? 12 ਕਿੱਲੇ ਕਮ ਸੇ ਕਮ। ਉਹ ਜਿਸ ਜ਼ਿਮੀਂਦਾਰ ਦੇ ਕੋਲ 12 ਕਿੱਲੇ ਹੈ ਨਹੀਂ, ਮੈਨੂੰ ਦੱਸੋ ਕਿਸ ਤਰੀਕੇ ਨਾਲ ਟਰੈਕਟਰ ਲੈ ਲੇਗਾ? ਉਸ ਵਜ੍ਹਾ ਤੋਂ ਮਾੜਾ ਜ਼ਿਮੀਂਦਾਰ ਜਿਹੜਾ ਉਹ ਟਰੈਕਟਰ ਲੈ ਹੀ ਨਹੀਂ ਸੀ ਪਾਉਂਦਾ। ਅਸੀਂ ਇਹ ਜਿਹੜੀ ਸਕੀਮ ਲੈ ਕੇ ਆ ਰਹੇ ਹਾਂ, ਇਹਦੇ ਵਿੱਚ ਤੁਹਾਨੂੰ ਹੁਣ ਬਗੈਰ ਕਿਸੇ ਜ਼ਮਾਨਤ ਤੋਂ ਕਰਜ਼ੇ ਦੇਵਾਂਗੇ। ਤੁਹਾਡੇ ਸ਼ਨਾਖਤੀ ਕਾਰਡ ਦੀ ਜ਼ਮਾਨਤ ਹੋਏਗੀ। ਪਹਿਲੀ ਵਾਰੀ हुकूमत गरीब के उत्ते एतबार करेगी क्योंकि उत्ते इमरान खान बैठा है। मैं अपनी गल मुख्तसर करांगा, सिर्फ तुहाडे नाल ये गल करांगा कि असी 3 चीज़ों ते काम कर रहे हैं। मेन साडी हुकूमत, सब तो नीचे वाला तबका एहसास, सब तो थल्ले वाला तबका एहसास। ये वो तबका हुंदा जिहदा सारियां नूं ख्याल रखना पैंदा है, सारियां नूं चुकना पैंदा। उन्हां नूं वो बिल्कुल गरीब हुंदे ने, उन्हां दे हत्थ दे उत्ते इस तरीके नाल मदद देनी पैंदी है कि किसी होर नूं पता भी ना लगे। ये पहली हुकूमत है जिन्हें नून लीग दा, पीपल्स पार्टी दा वेखियों बगैर गरीब आदमी दे नाल खलोती, उन्होंने जाके उसकी इमदाद की। नंबर 1। नंबर 2 दे उत्ते असी दे रहे किसानां नूं किसान कार्ड। तुसी बोरी खोलदे हो, विचों कोपन लभदा है, कोपन टैलीफोन च पाउंदे हो, वो पैसे फरिश्ते खा जाते हैं। इंज ही है ना, अजे तक इनू बदल लगे हैं। हुण तुहाडे बैंक अकाउंट च डायरैक्ट पैसा आएगा, जिहड़ी तुहानूं सबसिडी मिलेगी और डायरैक्ट आएगी। तीजा काम असीं करन लगे हैं, जिहड़ा एक आम शहरी है, तनख्वाहदार तबका है, माड़ा बंदा है, जिहदी तनख्वाह घट है, उन्होंने भी आटा उस रेट से, शहबाज गिल नूं भी उस रेट से, सलमान शहबाज नूं भी उस रेट से, शहबाज शरीफ नूं भी उस रेट से, ते हुकूमत सबसिडी दे रही है। पंजाब ने इस साल 80 अरब की सबसिडी दी है सिर्फ आटे के उत्ते। असी हुण ये करन लगे कि आटे की सबसिडी माड़े बंदे नूं दिओ, चीनी की सबसिडी माड़े बंदे नूं दिओ, जिहदी तनख्वाह 2-3 लाख रुपए तो घट है उन्होंने दिओ। जिहड़ा करोड़ां रुपया कमांदा उन्होंने काहदी तनख्वाह देनी है, उन्होंने काहदी सबसिडी देनी है? इस वास्ते मैं तुहानूं जिहड़ी एक अहम गल दसना चाह रहा वो है कि वजीर आजम की नज़र है अपने गरीब ते भी और तिन्हां तबकियां ते। मुल्क के हालात मुश्किल सन, लुटमार इन्नी हुई सी कि काबू करदे वक्त लगा है। तुहाडे सड़कों का मसला सी फैसलाबाद दे विच, इंशाअल्लाह हल होण जा रहा, तुहानूं पता है। ऐ मैं तुहानूं एक होर दस्सिया नवां प्रोजेक्ट ये भी करावांगे इंशाअल्लाह। स्कूल यूनिवर्सिटियां कॉलेजेस नूं बेहतर करांगे। और एक जिहड़ी आखिरी गल मैं तुहाडे नाल कर रहा कि सब तो इंपॉर्टेंट गल है कि तुहाडा प्राइम मिनिस्टर जदों दुनिया च किते भी तुहानूं रिप्रजेंट करन जाएगा तो ना वो तुहाडे वकार ते सौदा करेगा, ना तुहाडी गैरत ते सौदा करेगा। एक आम आदमी नूं ना अमरीका डॉलर दिंदा है, ना बरतानिया जिहड़ा पाउंड दिंदा है, ते ना कोई होर मुल्क अपनी करंसी दिंदा है। सौदे इज्जतां दे उत्तों वाले लोग ही करते हैं। माड़े बंदे नूं ना पहलां किसी ने पैसे दिते ने, ना गांह देने ने। माड़ा बंदा अपने मुल्क की इज्जत के उत्ते मरना चाहुंदा, लड़ना चाहुंदा है। ये वजीर आजम तुहाडा वो है जिहड़ा तुहाडे नाल वादा है। और मैं अल्लाह नूं हाज़र नाज़र जान के दसना, क्योंकि मैं उन्हां दी जगह के उत्ते स्टेटमेंट देनी हुंदी है। अज तक उन्होंने मैनू कदे कोई लिस्सी स्टेटमेंट देने वास्ते नहीं किया। उन्होंने मैनू कदे किसी जगह ते ऐसी स्टेटमेंट देने वास्ते नहीं किया
ਕਿ ਤੁਹਾਡਾ ਸਿਰ ਅੱਧਾ ਇੰਚ ਵੀ ਥੱਲੇ ਹੋਵੇ ਪਾਕਿਸਤਾਨੀਆਂ ਦਾ। ਨਾ ਉਹ ਕਦੀ ਇਸ ਤਰ੍ਹਾਂ ਹੋਣ ਦੇਣਗੇ, ਨਾ ਇਹ ਕਦੀ ਹੋਏਗਾ ਜਿੱਦਣ ਤੱਕ ਉਹਨਾਂ ਦੇ ਜਿਸਮ ਦੇ ਵਿੱਚ ਸਾਹ ਹੈ। ਇਮਰਾਨ ਖਾਨ ਦਾ ਇਸ ਕੌਮ ਦੇ ਉੱਤੇ, ਇਸ ਮੁਲਕ ਦੇ ਉੱਤੇ ਅਹਿਸਾਨ ਇਹ ਹੈ ਕਿ ਪਹਿਲਾ ਲੀਡਰ ਹੈ ਜਿਨੇ ਈਮਾਨਦਾਰੀ ਦੇ ਨਾਲ ਆਪਣੇ ਆਪ ਨੂੰ ਇਹ ਵਿਖਾਇਆ ਕਿ ਲੀਡਰਸ਼ਿਪ ਈਮਾਨਦਾਰੀ ਨਾਲ ਵੀ ਕੀਤੀ ਜਾ ਸਕਦੀ ਹੈ। ਹੁਣ ਤੁਸੀਂ ਸਾਰੇ ਦੋਸਤਾਂ ਨੇ ਸਾਰੀ ਗੱਲ ਖਾਣਾ ਹੈ। ਗੱਲਾਂ ਅਸੀਂ ਲੰਮੀਆਂ ਕਰ ਸਕਦੇ ਸਾਂ ਕਿਉਂਕਿ ਤੁਹਾਡੀਆਂ ਔਰ ਮੇਰੀਆਂ ਗੱਲਾਂ ਗੂੜੀਆਂ ਔਰ ਲੰਮੀਆਂ ਹੋ ਸਕਦੀਆਂ ਨੇ। ਅਸੀਂ ਇੱਕੋ ਕੋਝੇ ਔਰ ਇੱਕੋ ਥਾਂ ਤੋਂ ਹੈ। ਤੁਹਾਡਾ ਭਰਾ ਹੈ, ਮੇਰੇ ਦਰਵਾਜ਼ੇ ਤੁਹਾਡੇ ਲਈ ਹਮੇਸ਼ਾ ਖੁੱਲੇ ਰਹਿਣੇ ਨੇ। ਆਦਿਲ ਰਫੀ ਚੀਮਾ ਜਿਹੜਾ ਹੈ ਇੱਕ ਹੋਣਹਾਰ ਕੈਂਡੀਡੇਟ ਹੈ ਇੱਥੋਂ, ਇਹ ਇੱਕ ਮਿਹਨਤੀ ਕੈਂਡੀਡੇਟ ਹੈ। ਮੈਨੂੰ ਇਹਦਾ ਅੱਗੋਂ ਮੁਸਤਕਬਲ ਬਹੁਤ ਹੀ ਜ਼ਿਆਦਾ ਰੌਸ਼ਨ ਨਜ਼ਰ ਆਉਂਦਾ ਹੈ। ਇਹ ਹੁਣ ਤੋੜਨਾ ਦਿਓ, ਬਹੁਤੇ ਚੜ ਗਏ ਤੇ ਮੈਨੂੰ ਇਹਦਾ ਮੁਸਤਕਬਲ ਬੜਾ ਰੌਸ਼ਨ ਨਜ਼ਰ ਆਉਂਦਾ ਔਰ ਅੱਲਾ ਇਹਦਾ ਹਾਮੀ ਨਾਸਿਰ ਹੋਵੇ। ਔਰ ਤੁਹਾਡਾ ਸਾਰਿਆਂ ਦਾ ਵੀ ਬਹੁਤ ਸ਼ੁਕਰੀਆ। ਇਮਰਾਨ ਖਾਨ ਜ਼ਿੰਦਾਬਾਦ, ਪਾਕਿਸਤਾਨ ਜ਼ਿੰਦਾਬਾਦ। ਸਾਰੇ ਖਾਣਾ ਖਾ ਕੇ ਜਾਣ। ਆਉਣ ਵਾਲੇ ਸਾਰੇ ਦੋਸਤਾਂ ਦਾ ਸ਼ੁਕਰੀਆ। ਖਾਣੇ ਦਾ ਇੰਤਜ਼ਾਮ ਮੌਜੂਦ